ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗਗਨਦੀਪ ਕੌਰ। ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਫੁੱਲ ਚੁੱਕੇ ਗਏ ਨੇ। ਡਾਕਟਰ ਮਨਮੋਹਨ ਸਿੰਘ ਤੇ ਫੁੱਲ ਜਲ ਪ੍ਰਵਾਹ ਕੀਤੇ ਗਏ ਨੇ। 26 ਦਸੰਬਰ ਦੀ ਰਾਤ ਨੂੰ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਜੀ ਦਾ ਦੇਹਾਂਤ ਹੋਇਆ ਸੀ। 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਦਿੱਲੀ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਦੇਸ਼ ਭਰ ਦੇ ਕਾਂਗਰਸੀ ਲੀਡਰਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅੰਤਿਮ ਸੰਸਕਾਰ ਦੌਰਾਨ ਨਿਗਮ ਬੋਧ ਘਾਟ ਵਿਖੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਭਰ ਦੇ ਵੱਡੇ ਲੀਡਰਾਂ ਨੇ ਸ਼ਰਧਾਂਜਲੀਆਂ ਦਿੱਤੀਆਂ। ਡਾਕਟਰ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਧੀ ਵੱਲੋਂ ਮੁੱਖ ਅਗਨੀ ਦਿੱਤੀ ਗਈ। ਭਾਰਤੀ ਫੌਜ ਵੱਲੋਂ ਡਾਕਟਰ ਮਨਮੋਹਨ ਸਿੰਘ ਨੂੰ ਸਰਕਾਰੀ ਸਨਮਾਨ ਦੇ ਤਹਿਤ 21 ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ। ਪੰਜਾਬ ਦੇ ਵੱਡੇ ਸਿਆਸੀ ਆਗੂਆਂ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤਾਂ ਅੱਜ ਡਾਕਟਰ ਮਨਮੋਹਨ ਸਿੰਘ ਤੇ ਫੁੱਲ ਚੁੱਕੇ ਗਏ ਨੇ, ਫੁੱਲ जल प्रवाह किए गए ने। भावुक क्षण है परिवार के लिए, देशवासियों के लिए कि डॉक्टर मनमोहन सिंह ने जो अपना ऐसा एक यौगिक जीवन, कर्मयोगी का जीवन, ईमानदारी का जीवन, इस देश की सेवा में कैसे एक प्रोफेसर थे दिल्ली स्कूल ऑफ इकोनॉमिक्स, वहाँ से आरबीआई के गवर्नर, और जैसे 1991 में जब भारत बहुत ही वित्तीय संकट से गुजर रहा था, उस टाइम देश की उन्होंने फाइनेंस मिनिस्टर की बागडोर संभाली और फिर एज ए प्रधानमंत्री। तो मैं समझता हूँ कि सारे भारतवासियों के लिए उनकी जीवनी को पढ़ना और उनको एज ए एक प्रेरणा स्रोत रखना बहुत ही महत्व है। आई फील डॉक्टर मनमोहन सिंह एक ऐसे विजनरी थे जिसके कारण जो भी आज हम देश के अंदर जो भी कमाल की चीजें हुई हैं, फॉरेन इन्वेस्टमेंट्स आई हैं, जो पॉलिसीज बनी, सो ही वाज अ मैन बिहाइंड द होल चेंज। और आज जब वो नहीं है हमारे बीच में, आई फील कि पूरा देश का हर एक इंसान उन्हें मिस कर रहा होगा। और धन्यवाद देती हैं आने वाली जनरेशन्स के ऐसे जो लीडर्स हैं और पॉलिटिक्स में आए ताकि देश का और भला हो। दिल से डॉक्टर मनमोहन सिंह सर को सैल्यूट है, और जहां पे भी हैं वो हमेशा खुश रहें, और वी आर ऑलवेज प्राउड ऑफ यू। उधर साबका पीएम डॉक्टर मनमोहन सिंह ते स्मारक ਨੂੰ ਲੈ ਕੇ ਸਿਆਸੀ ਵਿਵਾਦ ਜਾਰੀ ਹੈ। ਰਾਹੁਲ ਗਾਂਧੀ ਨੇ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਦੀ ਥਾਂ ਤੇ ਸਵਾਲ ਚੁੱਕੇ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਦਾ ਅਪਮਾਨ ਕੀਤਾ। ਡਾਕਟਰ ਮਨਮੋਹਨ ਸਿੰਘ ਸਭ ਤੋਂ ਉੱਚੇ ਸਨਮਾਨ ਤੇ ਸਮਾਰਕ ਦੇ ਹੱਕਦਾਰ ਨੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਬੀਜੇਪੀ ਤੇ ਸਵਾਲ ਚੁੱਕੇ ਨੇ। ਕਿਹਾ ਕਿ ਸਾਰੇ ਸਾਬਕਾ ਪੀਐਮ ਦਾ ਰਾਜਘਾਟ ਤੇ ਹੀ ਅੰਤਿਮ ਸੰਸਕਾਰ ਹੁੰਦਾ ਸੀ। ਇਸ ਵਿਵਾਦ ਨੂੰ ਲੈ ਕੇ ਬੀਜੇਪੀ ਨੇ ਕਾਂਗਰਸ ਤੇ ਪਲਟਵਾਰ ਕੀਤਾ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ 26 ਦਸੰਬਰ ਦੀ ਰਾਤ ਨੂੰ ਦੇਹਾਂਤ ਹੋ ਗਿਆ ਸੀ। 28 ਦਸੰਬਰ ਨੂੰ ਸਰਕਾਰੀ ਸਨਮਾਨਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਪਰ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਤੋਂ ਬਾਅਦ ਵਿਵਾਦ ਖੜਾ ਹੋ ਗਿਆ। यादगार ਲਈ ਰਾਜਘਾਟ ਤੇ ਜਗ੍ਹਾ ਨਾ ਦਿੱਤੇ ਜਾਣ ਤੇ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਸਿੱਖ ਆਗੂ ਤੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਰਾਜ਼ ਨੇ। ਵਿਰੋਧੀਆਂ ਦੇ ਵੱਲੋਂ ਇਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਅਪਮਾਨ ਕੀਤਾ। ਇਹ ਕੇਂਦਰ ਦਾ ਸਿੱਖਾਂ ਨਾਲ ਮਤਰੇਆ ਵਾਲਾ ਸਲੂਕ ਹੈ। ਦੱਸਿਏ ਕਿ ਇਸ ਨੂੰ ਲੈ ਕੇ ਕਾਂਗਰਸ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖ ਚੁੱਕੀ ਹੈ। ਕਾਂਗਰਸ ਵੱਲੋਂ ਰਾਜਘਾਟ ਨੇੜੇ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ ਕੇਂਦਰ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਜੀ ਦਾ ਅਪਮਾਨ ਕੀਤਾ। ਨਿਗਮ ਬੋਧ ਘਾਟ ਤੇ ਅੰਤਿਮ ਸੰਸਕਾਰ ਡਾਕਟਰ ਮਨਮੋਹਨ ਸਿੰਘ ਜੀ ਦਾ ਵੱਡਾ ਅਪਮਾਨ ਹੈ। ਡਾਕਟਰ ਮਨਮੋਹਨ ਸਿੰਘ ਜੀ ਨੇ 10 ਸਾਲ ਦੇਸ਼ ਦੀ ਸੇਵਾ ਨਿਭਾਈ। ਸਾਰੇ ਸਾਬਕਾ ਪੀਐਮ ਦਾ ਰਾਜਘਾਟ ਤੇ ਹੀ ਅੰਤਿਮ ਸੰਸਕਾਰ ਹੁੰਦਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਜੀ ਸਭ ਤੋਂ ਉੱਚੇ ਸਨਮਾਨ ਅਤੇ ਸਮਾਰਕ ਦੇ ਹੱਕਦਾਰ ਨੇ। ਤੇ ਉੱਥੇ ਹੀ ਕਾਂਗਰਸ ਦੇ ਆਗੂ ਜੈ ਰਾਮ ਰਮੇਸ਼ ਨੇ ਵੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਡਾਕਟਰ ਮਨਮੋਹਨ ਸਿੰਘ ਜੀ ਦੀ ਆਲੋਚਨਾ ਕਰਦੀ ਆ ਰਹੀ ਹੈ, ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹ ਖੁਦ ਉਹਨਾਂ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਨੇ। मनमोहन सिंह जी के बारे में सब अभी देश जान चुका है, कई सालों से जाना है, पर उनकी आलोचना बीजेपी वाले करते थे। आज भी वो कह रहे हैं कि वित्त मंत्री, जब उनका वित्त मंत्री का काल था 5 साल के लिए, अभूतपूर्व योगदान था उनका। उधर दिल्ली के साबका मुख्यमंत्री ते आम आदमी पार्टी के कौमी कन्वीनर अरविंद केजरीवाल ने भी बीजेपी ते सवाल चुके ने। डॉक्टर मनमोहन सिंह के अंतिम संस्कार की थां नूं लैके सवाल चुके ने। अरविंद केजरीवाल ने कहा कि सारे साबका पीएम का राजघाट ते ही अंतिम संस्कार हुंदा सी।
ਡਾਕਟਰ ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ਤੇ ਹੀ ਕਿਉਂ ਕੀਤਾ ਗਿਆ? ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜੀ ਦਾ ਅੰਤਿਮ ਸੰਸਕਾਰ ਰਾਜਘਾਟ ਤੇ ਹੀ ਕੀਤਾ ਗਿਆ ਸੀ, ਫਿਰ ਸਾਬਕਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਿਉਂ ਨਹੀਂ ਕੀਤਾ ਗਿਆ? ਡਾਕਟਰ ਮਨਮੋਹਨ ਸਿੰਘ ਜੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ ਸਨ। ਕੇਂਦਰ ਸਰਕਾਰ ਡਾਕਟਰ ਮਨਮੋਹਨ ਸਿੰਘ ਜੀ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਤੱਕ ਨਹੀਂ ਦੇ ਸਕੀ। ਭਾਜਪਾ ਨੇ डॉक्टर मनमोहन सिंह जी का अपमान किया। देखिए, मैं तो सिर्फ छोटी सी बात पूछना चाहता हूं। स्वर्गीय अटल बिहारी वाजपेयी जी का निधन हुआ। मोदी जी प्रधानमंत्री थे देश के। डॉक्टर मनमोहन सिंह जी का निधन हुआ। मोदी जी प्रधानमंत्री हैं देश के। स्वर्गीय अटल बिहारी वाजपेयी जी का हम सारे लोग बहुत सम्मान करते हैं। एकमात्र प्रधानमंत्री देश के रहे और आप उनको अंतिम संस्कार के लिए राजघाट परिसर में जगह देने को तैयार नहीं है। उधर विरोधियों ते भाजपा ने पलटवार किया। जेपी नड्डा ने कहा कि कांग्रेस ने डॉक्टर मनमोहन सिंह जी का सम्मान नहीं किया, जगह लभन च समा लगेगा। कांग्रेस घटिया राजनीति कर रही है। उन्होंने कहा कि राहुल गांधी ते मल्लिकार्जुन खड़गे अजिहे दुखद मौके भी राजनीति कर रहे ने। गांधी परिवार ने देश दे लई किसी वड्डे आगू का ना तो सम्मान किया ते ना ही इंसाफ किया। ये वास्तव में बहुत ही दुर्भाग्यपूर्ण है कि कांग्रेस के पूर्व अध्यक्ष राहुल गांधी और वर्तमान में अध्यक्ष मल्लिकार्जुन खड़गे जी देश के पूर्व प्रधानमंत्री सम्मानीय मनमोहन सिंह जी के दुखद देहावसान पर भी राजनीति करने से बाज नहीं आ रहे। कांग्रेस के इस घटिया सोच के लिए जितनी भी निंदा की जाए वो कम है। कांग्रेस जिसने डॉक्टर मनमोहन सिंह को जीते जी कभी भी वास्तविक सम्मान नहीं दिया, अब उनके सम्मान के नाम पर राजनीति कर। उधर नवजोत सिंह सिद्धू ने राष्ट्रपति द्रौपदी मुर्मू नूं चिट्ठी लिखी है। चिट्ठी दे विच डॉक्टर मनमोहन सिंह दा राजघाट ते मैमोरीअल बनाउण दी मंग की गई है। नवजोत सिंह सिद्धू ने कहा कि साडे सारे साबका प्रधानमंत्रियों का मैमोरीअल बनाया गया, पर डॉक्टर मनमोहन सिंह दे मैमोरीअल लई इनकार क्यों किया जा रहा? साडी लोकतंत्र की शान नूं बरकरार रखना होवेगा। नवजोत सिंह सिद्धू दे वल्लों राष्ट्रपति नूं चिट्ठी लिख के यह मंग की गई है। कल नूं पंजाब बंद रहेगा। पंजाब बंद नूं लैके किसानां दीयां तैयारियां मुकम्मल हो गईयां ने। शंभू ते खनौरी बॉर्डर ते अपनियां मंगां नूं लैके प्रदर्शन कर रहीआं किसान जथेबंदियां दे वल्लों कल नूं पंजाब बंद दा ऐलान किया गया। सवेरे 7 बजे तो शाम 4 बजे तक पंजाब बंद रहेगा। इस दे नाल ही कल दुकानां भी बंद रहणगीआं। इस बंद दौरान पैट्रोल पंप अते गैस एजेंसियां, रेल सेवावां अते सड़की आवाजाही पूरी तरह ठप रहेगी। इस समय दौरान सिर्फ एमरजेंसी सेवावां बहाल कीतियां जाणगीआं, जिवें कि मेडिकल सेवावां, विआह प्रोग्राम, हवाई अड्डे जाना। इस दे नाल ही जेकर किसी दी अहम इंटरव्यू है तो उसनूं रोकिया नहीं जाएगा, उसकी मदद की जाएगी। सरवण सिंह पंधेर ने कहा कि इस बंद नूं समूह दुकानदारां, विद्यार्थी यूनियन, व्यापारियों, किसानां अते आम लोकां दा भरपूर समर्थन मिल रहा। ਉਹ ਸਾਰਿਆਂ ਨੂੰ ਇਸ ਬੰਦ ਦਾ ਸਮਰਥਨ ਕਰਨ ਦੀ ਅਪੀਲ ਕਰ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਤਾਂ ਕੱਲ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਪੰਜਾਬ ਕੱਲ ਨੂੰ ਬੰਦ रहेगा। जो कल का पंजाब बंद है, जिस तरह से पूरे पंजाबियों ने, हर एक संस्थाओं ने हमें सपोर्ट किया, उसका धन्यवाद। हम जरूरी अनुरोध करेंगे जनता से, जो भी आज और रात जहां भी आना जाना जरूरी चाहता उसे चले जाना चाहिए। कल सुबह 7 से लेकर 4 बजे तक मुकम्मल बंद रहेगा। उसमें इमरजेंसी सेवाएं हम लोग बहाल रखेंगे, जैसे मेडिकल की सेवा, कोई डेड बॉडी हो, इसी के साथ साथ बाराती का कोई कार्यक्रम बारात का हो, कोई इंटरव्यू वगैरह हो, कोई एयरपोर्ट की सेवा, इमरजेंसी सेवाएं, और हम लोग हर हाल में उसको बहाल रखा जाएगा। और मुकम्मल बंद का आह्वान जितने भी पंजाबी है, जहां जहां रेल जाम होगी, जहां जहां रोड जाम होगी, उसके लिए हम कहते हैं लाखों की तादाद में आप रोड और रेल पर आइए और इस मोर्चे को सफल करिए। शंभू स्टेशन के ऊपर भी रेल रुकेगी। इसी तरह से जो ऐशर चौक है जो मोहाली में, वहां रेल और रोड लगती है, वहां पर भी जाम रहेगा। और मैं खुद गोल्डन गेट पर मौजूद रहूंगा। अमृतसर में जो गोल्डन गेट है, इस तरह से
सैकड़ों जगहों के ऊपर रेल अथवा रोड आवाजाही जाम रहेगी। ਖਨੌਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ। 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਮਹਾਪੰਚਾਇਤ ਸੱਦੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 11 ਵਜੇ ਤੋਂ 3 ਵਜੇ ਤੱਕ ਇਹ ਵੱਡਾ ਇਕੱਠ ਹੋਵੇਗਾ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਪੂਰੇ ਦੇਸ਼ ਦੇ ਕਿਸਾਨਾਂ ਨੂੰ ਖਨੌਰੀ ਬਾਰਡਰ ਪਹੁੰਚਣ ਦਾ ਸੱਦਾ ਦਿੱਤਾ ਗਿਆ। ਜਗਜੀਤ ਸਿੰਘ ਡੱਲੇਵਾਲ ਵੀ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣਗੇ। ਮਹਾਪੰਚਾਇਤ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮਹਾਪੰਚਾਇਤ ਦੇ ਵਿੱਚ ਪੰਜਾਬ, ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰ ਕਈ ਰਾਜਾਂ ਦੇ ਕਿਸਾਨ ਭਾਗ ਲੈਣਗੇ। ਖਰਾਬ ਸਿਹਤ ਦੇ ਬਾਵਜੂਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ ਤਾਂ ਮਹਾਪੰਚਾਇਤ ਦਾ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 34ਵੇਂ ਦਿਨ ਦਾਖਲ ਹੋ ਗਿਆ। ਡੱਲੇਵਾਲ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਨੇ ਡੱਲੇਵਾਲ ਨੂੰ ਤੁਰੰਤ ਮੈਡੀਕਲ ਟ੍ਰੀਟਮੈਂਟ ਲੈਣ ਨੂੰ ਕਿਹਾ। ਡਾਕਟਰਾਂ ਨੇ ਕਿਹਾ ਕਿ ਚਾਹੇ ਕੁਝ ਨਾ ਖਾਓ ਪਰ ਟ੍ਰੀਟਮੈਂਟ ਬਹੁਤ ਜ਼ਰੂਰੀ ਹੈ, ਉਹ ਜ਼ਰੂਰ ਲਵੋ। ਦਵਾਈਆਂ ਨਾ ਲੈਣ ਨਾਲ ਹੋਰ ਵਿਗੜ ਸਕਦੀ ਹੈ ਸਿਹਤ। ਪੁਲਿਸ ਅਧਿਕਾਰੀਆਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਡੱਲੇਵਾਲ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਓ। ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਡੱਲੇਵਾਲ ਪਰੇਸ਼ਾਨ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਉੱਥੇ ਹੀ ਸਿਆਸੀ ਆਗੂਆਂ ਦੇ ਵੱਲੋਂ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਉਧਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਤੇ ਨਿਸ਼ਾਨਾ ਸਾਧਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਚੋਣਾਂ ਜਿੱਤਣ ਲਈ ਵੱਖੋ ਵੱਖਰੇ ਹੱਥਕੰਡੇ ਵਰਤ ਰਹੀ ਹੈ। ਬੀਜੇਪੀ ਦੁਆਰਾ ਆਪਰੇਸ਼ਨ ਲੋਟਸ ਚਲਾ ਰਹੀ ਹੈ। ਬੀਜੇਪੀ ਬੇਈਮਾਨੀ ਨਾਲ ਦਿੱਲੀ ਦੇ ਵਿੱਚ ਚੋਣਾਂ ਜਿੱਤਣਾ ਚਾਹੁੰਦੀ ਹੈ। ਕਈ ਹਲਕਿਆਂ ਦੇ ਵਿੱਚ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ। ਦਿੱਲੀ ਦੇ ਵਿੱਚ ਮੌਜੂਦਾ ਵੋਟਰਾਂ ਦੇ ਵੋਟ ਕੱਟ ਦਿੱਤੇ ਗਏ ਨੇ। ਵੋਟਾਂ ਦੇ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ ਤਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ सुप्रीमो अरविंद केजरीवाल ने बीजेपी ते निशाना साधा। सबसे जाहिर है कि बीजेपी बुरी तरह से दिल्ली का चुनाव हार रही है और वो साम दाम दंड भेद करके सारे हथकंडे अपना रही है। मोटे मोटे तौर पे 15 दिसंबर से इन्होंने 3 हथकंडे अपनाने चालू किए। वोट कटवाओ, आम आदमी पार्टी के वोट कटवाओ, फर्जी वोट ऐड करवाओ ताकि फर्जी वोटिंग हो सके, ये दूसरा हथकंडा। और तीसरा हथकंडा पैसे बांट के वोट खरीदो। ये भी आपने देखा होगा कि ये इनके नेता 15 दिसंबर से इन्होंने पैसों से वोट खरीदने चाहिए, खुलेआम वोट खरीदे जा रहे हैं। देश ने इतनी बेशर्मी और इतना नंगापन 75 साल में नहीं देखा था कि सारे टीवी चैनल्स के ऊपर चल रहा है। उनका नेता आके कबूल कर रहा है कि हाँ मैं पैसे बांट रहा हूं, करना है जो कर लो। और पैसे बांट के वोट खरीदे जा रहे हैं। जो लोग बाहर आ रहे हैं पैसे लेके वो यही कह रहे हैं जी पैसे दियो और बोले कमल पे वोट डालना, कमल पे वोट डालना। खुलेआम पैसे का खेल चल रहा है। उधर दक्षिणी कोरिया ਦੇ ਮੁਆਨ 에ਅਰਪੋਰਟ ਤੇ ਵੱਡਾ ਹਾਦਸਾ ਵਾਪਰਿਆ। ਲੈਂਡਿੰਗ ਦੌਰਾਨ ਰਨਵੇ ਤੇ ਜਹਾਜ਼ ਕ੍ਰੈਸ਼ ਹੋਇਆ। ਜਹਾਜ਼ ਰਨਵੇ ਤੇ ਫਿਸਲ ਕੇ ਕੰਧ ਨਾਲ ਟਕਰਾਇਆ। ਹਾਦਸੇ ਦੇ ਵਿੱਚ 175 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਫਲਾਈਟ ਦੇ ਵਿੱਚ 181 ਦੇ ਕਰੀਬ ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ 4 ਦੀਵਾਰੀ ਦੇ ਨਾਲ ਟਕਰਾ ਜਾਂਦਾ ਹੈ। ਸੀਮਾ ਦੀਵਾਰ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ। ਇਸ ਤੋਂ ਬਾਅਦ 에ਅਰਪੋਰਟ ਤੇ ਹਫੜਾ ਦਫੜੀ ਮਚ ਜਾਂਦੀ ਹੈ। ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਅਸਮਾਨ ਦੇ ਵਿੱਚ ਧੂਆਂ ਹੀ ਧੂਆਂ ਛਾ ਜਾਂਦਾ ਹੈ। ਤਾਂ ਇਹ ਦੱਖਣੀ ਕੋਰੀਆ ਦੇ ਮੁਆਨ 에ਅਰਪੋਰਟ ਤੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ 175 ਦੇ ਕਰੀਬ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਧਰ SGPC ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਦੀ ਤਰੀਕ ਬਦਲ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 30 ਦਸੰਬਰ ਨੂੰ ਹੋਣ ਵਾਲੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਹੁਣ 31 ਦਸੰਬਰ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਕਿਸਾਨ ਜਥੇਬੰਦੀਆਂ ਦੇ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸਮਰਥਨ ਦੇ ਵਿੱਚ ਲਿਆ ਗਿਆ। ਉਹਨਾਂ ਨੇ ਕਿਹਾ ਕਿ 31 ਦਸੰਬਰ ਨੂੰ ਹੋਣ ਵਾਲੀ ਅੰਤਰਿੰਗ ਕਮੇਟੀ ਦਾ ਏਜੰਡਾ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਭੇਜੇ ਗਏ ਪਹਿਲਾਂ ਵਾਲੇ ਏਜੰਡੇ ਅਨੁਸਾਰ ਹੀ ਰਹੇਗਾ। ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਦਾ ਚਾਰਜ ਵਾਪਸ ਲਿਆ ਗਿਆ ਸੀ। ਉਹਨਾਂ ਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਕਮੇਟੀ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਦੇ ਲਈ ਕਿਹਾ ਗਿਆ ਸੀ। ਇਸ ਜਾਂਚ ਦੌਰਾਨ ਉਹਨਾਂ ਤੋਂ ਚਾਰਜ ਵਾਪਸ ਲਿਆ ਗਿਆ ਸੀ। ਹੁਣ
ਹੁਣ ਅੰਤਰਿੰਗ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ 31 ਦਸੰਬਰ ਨੂੰ ਹੋਵੇਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 117ਵੇਂ ਐਪੀਸੋਡ ਨੂੰ ਸੰਬੋਧਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਮਹਾਕੁੰਭ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਫਿਲਮ ਇੰਡਸਟਰੀ ਅਤੇ ਸਰਕਾਰ ਦੀਆਂ ਸਿਹਤ ਸਕੀਮਾਂ ਦੀ ਸ਼ਲਾਘਾ ਕੀਤੀ। ਪੀਐਮ ਮੋਦੀ ਨੇ ਛੱਤੀਸਗੜ੍ਹ ਤੇ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿੱਚੋਂ ਵਸਤਰ ਓਲੰਪਿਕ ਦੇ ਸਫਲ ਆਯੋਜਨ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਹੈ। ਪੀਐਮ ਮੋਦੀ ਨੇ ਡਿਜੀਟਲ ਗ੍ਰਿਫਤਾਰੀ, ਸਵਾਮੀ ਵਿਵੇਕਾਨੰਦ ਲਾਇਬ੍ਰੇਰੀ ਵਰਗੇ ਮੁੱਦਿਆਂ ਤੇ ਗੱਲਬਾਤ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਫੂਡ ਫॉर ਥॉट ਫਾਊਂਡੇਸ਼ਨ ਨੇ ਹੈਦਰਾਬਾਦ 'ਚ ਕਈ ਲਾਇਬ੍ਰੇਰੀਆਂ ਬਣਾਈਆਂ। ਮਹਾਕੁੰਭ ਏਕਤਾ ਵਿੱਚ ਵਿਭਿੰਨਤਾ ਦੀ ਮਿਸਾਲ ਹੈ। ਦੇਸ਼ ਮਲੇਰੀਆ ਨਾਲ ਲੜਿਆ, ਰਚਨਾਤਮਕ ਜਗਤ ਦੇ ਲੋਕ ਵੀ ਭਾਰਤ ਆਉਣਗੇ। ਤਾਂ ਪੀਐਮ ਮੋਦੀ ਦੇ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਗਿਆ। ਕਈ ਅਹਿਮ ਮੁੱਦਿਆਂ ਤੇ चर्चा की गई। साथियों, महाकुंभ की विशेषता केवल इसकी विशालता में ही नहीं है, कुंभ की विशेषता इसकी विविधता में भी है। इस आयोजन में करोड़ों लोग एक साथ एकत्रित होते हैं। लाखों संत, हजारों परंपराएं, सैकड़ों संप्रदाय, अनेकों अखाड़े, हर कोई इस आयोजन का हिस्सा बनता है। कहीं कोई भेदभाव नहीं दिखता है, कोई बड़ा नहीं होता है, कोई छोटा नहीं होता है। अनेकता में एकता का ऐसा दृश्य विश्व में कहीं और देखने को नहीं मिलेगा। इसलिए हमारा कुंभ एकता का महाकुंभ भी होता है। इस बार का महाकुंभ भी एकता के महाकुंभ के मंत्र को सशक्त करेगा। मैं आप सबसे कहूंगा, जब हम कुंभ में शामिल हो तो एकता के इस संकल्प को अपने साथ लेकर वापस आए। भारत की क्रिएटिव टैलेंट को दुनिया के सामने रखने का एक बहुत बड़ा अवसर आ रहा है। अगले साल हमारे देश में पहली बार वर्ल्ड ऑडियो विजुअल एंटरटेनमेंट समिट यानी वेव्स समिट का आयोजन होने वाला है। आप सभी ने दावोस के बारे में सुना होगा, जहां दुनिया के अर्थ जगत के महारथी जुटते हैं। उसी तरह वेव्स समिट में दुनिया भर के मीडिया और एंटरटेनमेंट इंडस्ट्री के दिग्गज, क्रिएटिव वर्ल्ड के लोग भारत आएंगे। यह समिट भारत को ग्लोबल कंटेंट क्रिएशन का हब बनाने की दिशा में एक महत्वपूर्ण कदम है। उधर पंजाब पुलिस ਨੂੰ ਵੱਡੀ ਸਫਲਤਾ ਮਿਲੀ ਹੈ। ਤਰਨਤਾਰਨ ਪੁਲਿਸ ਦਾ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਭਗਵਾਨਪੁਰੀਆਂ ਤੇ ਅੰਮ੍ਰਿਤਪਾਲ ਬਾਠ ਗੈਂਗ ਤੇ 5 ਗੁਰਗੇ गिरफ्तार किए ने। मुलजमा तो 4 हथियार ते एक विदेशी पिस्तौल भी बरामद होया। टारगेट किलिंग की प्लैनिंग कर रहे सी मुलजम। पिछले दिनी तरनताਰਨ ਦੇ ਵਿੱਚ कतल किया गया सी। पंजाब के डीजीपी गौरव यादव ने यह जानकारी साझी की है। डीजीपी ने कहा कि मुढ़ली जांच तो पता लगा कि उन्होंने टारगेट किलिंग की योजना बनाई सी। तरनताਰਨ इलाके दे विच इस गिरोह वालों हाल ही कीते गए निशाना कतल च शामिल शूटर बारे अहम जानकारी सामने आई है। यह उन्हां दे नैटवर्क की पछाण दे विच एक वड्डी सफलता की निशानदेही करता है। डीजीपी ने कहा कि उन्हां दे अगे ते पीछे दे संबंधां दा पता लगाउण दे लई होर जांच जारी है। उधर पंजाब ते चंडीगढ़ दे विच मौसम बदलिया। पंजाब दे विच मींह पैण तो बाद अज थोड़ी जही धुप निकली। अगे लई 9 ਜ਼ਿਲ੍ਹਿਆਂ ਦੇ ਵਿੱਚ कोल्ड वेव फॉग अलर्ट जारी किया गया। पहाड़ां दे विच बर्फबारी लगातार जारी है। पहाड़ां दे विच बर्फबारी करके मैदानी इलाकों के ठंड वधी है। कश्मीर दे विच भी लगातार भारी बर्फबारी हो रही है। बर्फबारी कारण कई सड़कों नूं बंद किया गया है। पंजाब अते चंडीगढ़ दे विच धुंध नूं लैके मौसम विभाग दे वल्लों ऑरेंज अलर्ट जारी किया गया। इस दे नाल ही शीत लहर नूं लैके चेतावनी भी जारी की गई है। यहाँ बठिंडा में बहुत ज्यादा ठंड है। मैं रहने वाला दिल्ली का हूँ। मैं लगा कि बठिंडा में हल्की ठंड होगी, लेकिन यहाँ तो सबसे ज्यादा ठंड है। दिल्ली यहाँ पर आज पहली ठंड है पंजाब की, जिससे हम सिर्फ कपड़े पहन के बचाव कर सकते हैं। कोहरा बहुत ज्यादा है, आज बहुत ज्यादा धुंध है। सुबह सुबह तो निकलना मुश्किल हो रहा है घर से, इतनी धुंध है यहाँ पर। बहुत ज्यादा ठंड पड़ रही है। आने आने में दिक्कत हो रही है, व्हीकल चलाने में दिक्कत हो रही है, और बिना ग्लव्स के बिना मफलर के पूरा पैक करके निकलने में मुश्किल है घर से बाहर। बहुत ज्यादा ठंड है, पंजाब की पहली ठंड है। हम दिल्ली से भी ज्यादा धुंध पड़ रही है यहाँ पर।
दिल्ली से जा रहा, हाँ मैं दिल्ली से आया हूँ और दिल्ली से ज्यादा ठंड है यहाँ पर, धुंध बहुत ज्यादा है। बहुत खराब है जी, धुंध करके बहुत खराब है जी। धुंध ज्यादा पई है जी। मुश्किल आई ट्रैफिक ज्यादा आई, जो अक्कल लेना औखा हो जाए जी, तार के काम बहुत खराब है, धुंध बाला पई है जी। कोई हफ्ते काम करना होता वो भी मुश्किल है जी। नीतीश कुमार जी, हाँ जी बठिंडे रहने। मौसम बहुत खराब है जी, धुंध करके बहुत खराब है जी। धुंध ज्यादा पई है जी। मुश्किल आई ट्रैफिक ज्यादा आई, जो अक्कल लेना औखा हो जाए जी, तार के काम बहुत खराब है, धुंध बाला पई है जी। कोई हफ्ते काम करना होता वो भी मुश्किल है जी। आज हम खजियार की तरफ घूमने निकले थे, लेकिन रास्ते में थोड़ी बर्फ़बारी जो है ज़्यादा होने शुरू हो गई, तो इसी कारण बहुत सारे लोग जो हैं बर्फ़ को देखने के लिए दौड़े हैं, क्योंकि ये इस साल की पहली बर्फ़बारी जो है चंबा में हो रही है। खजियार में लगभग शायद इससे ज़्यादा बर्फ़बारी देखने को मिलेगी, लेकिन अभी हम रास्ते में ही हैं और बर्फ़ का आनंद जो है ले रहे हैं। बहुत सारे सैलानी भी यहाँ पहुँचे हुए हैं, तो हम भी निकले हैं कि थोड़ा बर्फ़ में आज जो है आनंद किया जाए, क्योंकि इस बार की जो पहली बर्फ़बारी है वो चंबा में देखने को मिलेगी। आज हम निकले थे क्योंकि चंबा में काफ़ी बर्फ़बारी हो रही है, तो टूरिस्ट पर्यटक काफ़ी आ रहा है, तो उसी को ध्यान में रखते हुए हम लोग आज बाहर निकले हैं। थोड़ा देखेंगे किसी को कोई दिक्कत ना हो, और अगर कोई जैसे हमारे होटल्स वगैरह में क्या बुकिंग है वो सब फीडबैक तो अच्छा है और बुकिंग चल रही है। हमको सिर्फ ये देखना है कि रास्ते वगैरह सारे बने रहें और ताकि टूरिस्ट को कोई दिक्कत ना आए। ਫਿਲਹਾਲ ਇਸ ਬੁਲਟਨ ਚ ਇੰਨਾ ਹੀ। ਹੁਣ ਮੈਨੂੰ ਗਗਨਦੀਪ ਕੌਰ ਨੂੰ ਦੇ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।